ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੇ ਲੜੀਵਾਰ ਪ੍ਰਸੰਗ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਅਧਿਆਇ 42ਵੇਂ ਵਿੱਚ ਅੱਜ ਆਪਾਂ ਮੇਹੇ ਦੀ ਘਾਲ ਦਾ ਪ੍ਰਸੰਗ ਸਰਵਣ ਕਰਾਂਗੇ। ਆਓ ਬੜੇ ਪ੍ਰੇਮ ਨਾਲ ਇਹ ਪ੍ਰਸੰਗ ਸਰਵਣ ਕਰੀਏ। ਬਹੁਤ ਸਿੱਖਾਂ ਨੂੰ ਤਾਰਦੇ ਹੋਏ ਗੁਰੂ ਜੀ ਬਰੇ, ਗੋਬਿੰਦਪੁਰੇ, ਗਾਗੇ, ਗੁਰਨੇ, ਮਕਰੌੜ ਹੁੰਦੇ ਹੋਏ ਧਮਧਾਨ ਪਹੁੰਚ ਗਏ। ਜਦ ਗੁਰੂ ਜੀ ਧਮਧਾਨ ਪਿੰਡ ਦੇ ਨੇੜੇ ਰਹਿੰਦੇ ਸਨ ਤਾਂ ਸਦਾ ਸ਼ਿਕਾਰ ਖੇਡਣ ਜਾਂਦੇ ਸਨ। ਅਨੇਕਾਂ ਲੋਕਾਂ ਨੂੰ ਨਿਹਾਲ ਕਰਦੇ ਸਨ ਅਤੇ ਬਹੁਤ ਲੋਕ ਰੋਜ਼ ਆਉਂਦੇ ਸਨ। ਮਾਤਾ ਨਾਨਕੀ ਜੀ ਨਾਲ ਰਹਿੰਦੇ ਹਨ ਅਤੇ ਮਾਤਾ ਗੁਜਰੀ ਜੀ ਵੀ ਸਦਾ ਹੀ ਉਹਨਾਂ ਦੇ ਨਾਲ ਰਹਿੰਦੇ ਹਨ। ਬਹੁਤ ਦਿਨ ਉੱਥੇ ਡੇਰਾ ਰੱਖਿਆ। ਗੁਰੂ ਜੀ ਸਦਾ ਆਨੰਦ ਮੰਗਲ ਕਰਦੇ ਹਨ। ਨੰਦ ਲਾਲ ਸੋਹਣੇ ਦਾ ਪੁੱਤਰ ਸੀ। ਉਹ ਹਰ ਸਮੇਂ ਗੁਰੂ ਜੀ ਦੀ ਸੇਵਾ ਵਿੱਚ ਲੱਗਾ ਰਹਿੰਦਾ ਸੀ। ਮੇਹਾ ਨਾਮ ਵੀ ਉਸੇ ਦਾ ਹੀ ਸੀ। ਉਹ ਹਰ ਸਮੇਂ ਪਾਣੀ ਦੀ ਬਹੁਤ ਸੇਵਾ ਕਰਦਾ ਰਹਿੰਦਾ ਸੀ। ਉੱਥੇ ਉਸ ਨੂੰ ਦੂਰ ਤੋਂ ਜਲ ਲਿਆਉਣਾ ਪੈਂਦਾ ਸੀ। ਪਵਿੱਤਰ ਮਨ ਵਾਲਾ ਸਿਰ ਉੱਤੇ ਪਾਣੀ ਰੱਖ ਕੇ ਢਾਉਂਦਾ ਸੀ। ਉਸਨੇ ਭਗਤੀ ਭਾਵਨਾ ਵਿੱਚ ਮਨ ਰੰਗਿਆ ਹੋਇਆ ਸੀ। ਕਦੀ ਵੀ ਸਰੀਰ ਦਾ ਸੁੱਖ ਨਹੀਂ ਸੀ ਚਾਹੁੰਦਾ। ਪ੍ਰੇਮ ਨਾਲ ਸਤਿਗੁਰੂ ਜੀ ਦੀ ਸੇਵਾ ਕਰਦਾ ਸੀ। ਹਿਰਦੇ ਵਿੱਚ ਇਸ ਤਰ੍ਹਾਂ ਦੀ ਹੀ ਲਿਵ ਲੱਗੀ ਹੋਈ ਸੀ। ਕਦੇ ਵੀ ਕਿਸੇ ਦੇ ਨਾਲ ਬੋਲਦਾ ਨਹੀਂ ਸੀ। ਜਿੰਨਾ ਪਾਣੀ ਵੀ ਖਰਚ ਹੁੰਦਾ ਸੀ ਉਹ ਸਭ ਉਹੀ ਲਿਆਉਂਦਾ ਸੀ। ਦਿਲ ਵਿੱਚ ਵਾਹਿਗੁਰੂ ਦਾ ਸਿਮਰਨ ਕਰਦਾ ਸੀ। ਉਸਦੇ ਭਾਗ ਜਾਗ ਪਏ ਸਨ। ਗੁਰੂ ਜੀ ਵਾਸਤੇ ਸ਼ਰਧਾ ਧਾਰਨ ਕਰਦਾ ਸੀ। ਖਾਣ ਪੀਣ ਕੁਝ ਸਹਿਜੇ ਹੀ ਮਿਲਦਾ ਸੀ। ਬਹੁਤ ਥੋੜ੍ਹਾ ਖਾਂਦਾ ਸੀ। ਭਲੀ ਪ੍ਰਕਾਰ ਗੁਰੂ ਜੀ ਦੀ ਸੇਵਾ ਕਰਦਾ ਸੀ। ਭੋਜਨ ਵਾਸਤੇ ਸਵਾਦ ਨਹੀਂ ਸੀ ਧਾਰਨ ਕਰਦਾ। ਜੋ ਵੀ ਮਿਲਦਾ ਸੀ ਉਹੀ ਖਾ ਲੈਂਦਾ ਸੀ। ਗਾਗਰ ਨੂੰ ਸਿਰ 'ਤੇ ਰੱਖ ਕੇ ਲਿਆਉਂਦਾ ਸੀ। ਉਸ ਗਾਗਰ ਨੂੰ ਦੇ ਕੇ ਹੋਰ ਲੈਣ ਚਲਾ ਜਾਂਦਾ ਸੀ। ਜਲ ਦੀ ਕਦੇ ਵੀ ਤੋਟ ਨਹੀਂ ਸੀ ਆਉਂਦੀ। ਰਾਤ ਸਮੇਂ ਜਦ ਹਨੇਰਾ ਹੁੰਦਾ ਸੀ ਤਾਂ ਵੀ ਪਾਣੀ ਭਰ ਲਿਆਉਂਦਾ ਸੀ। ਇੱਕ ਸੇਵਾ ਕਰਨ ਦੀ ਹੀ ਅਭਿਲਾਸ਼ਾ ਸੀ। ਹੋਰ ਕਿਸੇ ਵਿਧੀ ਅਨੁਸਾਰ ਕੋਈ ਚਾਹ ਨਹੀਂ ਸੀ। ਗਾਗਰ ਨਾਲ ਸਿਰ ਦਾ ਮਾਸ ਛਿੱਲਿਆ ਗਿਆ। ਜ਼ਖਮ ਚਾਰੇ ਪਾਸੇ ਦਿਨ ਪ੍ਰਤੀ ਵੱਧਦਾ ਹੀ ਜਾਂਦਾ ਸੀ। ਭਾਵਨਾ ਧਰਦਾ ਸੀ। ਬੇਸ਼ੱਕ ਸਿਰ ਉੱਤੇ ਬਹੁਤ ਵੱਡਾ ਜ਼ਖਮ ਸੀ। ਹਰ ਸਮੇਂ ਮੱਖੀਆਂ ਕੱਟਦੀਆਂ ਰਹਿੰਦੀਆਂ ਸਨ। ਜ਼ਖਮ ਦੀ ਪੀੜ ਬਾਰੇ ਵਿਚਾਰ ਨਹੀਂ ਸੀ ਕਰਦਾ। ਪਹਿਲਾਂ ਦੀ ਰੀਤੀ ਅਨੁਸਾਰ ਹੀ ਗਾਗਰ ਸਿਰ 'ਤੇ ਧਰਦਾ ਸੀ। ਜਲ ਦੀ ਤੋਟ ਹੋਣ ਨਹੀਂ ਸੀ ਦਿੰਦਾ। ਸਾਰੇ ਡੇਰੇ ਨੂੰ ਇਸ਼ਨਾਨ ਕਰਵਾਉਂਦਾ ਸੀ। ਬਹੁਤ ਮਨੁੱਖਾਂ ਲਈ ਲੰਗਰ ਚੱਲਦਾ ਸੀ। ਉਸ ਕਰਕੇ ਬਹੁਤ ਜਲ ਢਾਉਂਦਾ ਸੀ। ਸਰਬ ਪ੍ਰਕਾਰ ਪਾਣੀ ਚਾਹੀਦਾ ਹੈ। ਕਿਸੇ ਆਲਮ ਤੋਂ ਬਗੈਰ ਜਲ ਦੀ ਸੇਵਾ ਕਰਦਾ ਸੀ। ਇਸ ਪ੍ਰਕਾਰ ਕਈ ਦਿਨ ਬੀਤ ਗਏ। ਸਿਰ ਦੇ ਵਿੱਚ ਕੀੜੇ ਪੈ ਗਏ ਜਿਹੜੇ ਮਾਸ ਨੂੰ ਕੱਟ-ਕੱਟ ਖਾਂਦੇ ਸਨ। ਕਿਸੇ ਨੂੰ ਵੀ ਕਦੀ ਇਸ ਬਾਰੇ ਨਹੀਂ ਸੀ ਕਹਿੰਦਾ। ਚੁੱਪ ਰਹਿ ਕੇ ਦੁੱਖ ਨੂੰ ਬਰਦਾਸ਼ਤ ਕਰਦਾ ਸੀ। ਜਲ ਢਾਉਂਦਿਆਂ ਖੋਪਰੀ ਦੇ ਵਿਚਕਾਰ ਲਾਗਾ ਲੱਗ ਗਿਆ, ਪਰ ਸਰੀਰ ਦੀ ਕਿਸੇ ਪ੍ਰਕਾਰ ਵੀ ਖਬਰ ਨਹੀਂ ਸੀ ਲੈਂਦਾ। ਸਦਾ ਇੱਕ ਸੇਵਾ ਲਈ ਤਤਪਰ ਰਹਿੰਦਾ ਸੀ। ਪਹਿਲਾਂ ਵਾਂਗ ਹੀ ਜਲ ਢੋਈ ਜਾਂਦਾ ਸੀ। ਕੀੜੇ ਮਾਸ ਕੱਟ-ਕੱਟ ਖਾਈ ਜਾਂਦੇ ਸਨ। ਉੱਪਰ ਭਾਰ ਬਹੁਤ ਧਾਰਨ ਕਰਦਾ ਸੀ। ਬੀਨੂ ਨੂੰ ਗਾਗਰ ਦੇ ਥੱਲੇ ਟਿਕਾਉਂਦਾ ਸੀ। ਉਹ ਚੁੱਭ-ਚੁੱਭ ਕੇ ਜ਼ਖਮ ਨੂੰ ਹੋਰ ਵਧਾਉਂਦਾ ਸੀ। ਬੀਨੂ ਸਦਾ ਸਿਰ 'ਤੇ ਬੱਝਾ ਰਹਿੰਦਾ ਸੀ। ਕਦੀ-ਕਦੀ ਚੰਗੀ ਤਰ੍ਹਾਂ ਬੰਨ੍ਹਣ ਵਾਸਤੇ ਖੋਲ੍ਹਦਾ ਸੀ। ਇੱਕ ਦਿਨ ਜਦ ਬੀਨੂ ਸਿਰ ਤੋਂ ਲਾਹਿਆ ਅਤੇ ਸਿਰ ਤੋਂ ਖੋਲ੍ਹ ਕੇ ਹੱਥ ਵਿੱਚ ਫੜਿਆ, ਉਸਦੇ ਨਾਲ ਕੁਝ ਕਿਰਮ ਆਏ। ਉਹ ਵੇਖਦਿਆਂ ਹੀ ਧਰਤੀ 'ਤੇ ਡਿੱਗ ਪਏ। ਮੋਹੇ ਨੇ ਹਿਰਦੇ ਵਿੱਚ ਵਿਚਾਰ ਕੀਤਾ, ਇੱਥੇ ਡਿੱਗ ਕੇ ਇਹ ਝੱਟ ਮਰ ਜਾਣਗੇ। ਇਹ ਮਾਸ ਕਿੱਥੋਂ ਖਾਣਗੇ? ਤੁਰੰਤ ਮਰ ਜਾਣਗੇ ਜੇ ਪੈਰ ਧਰ ਦਿਆਂਗੇ। ਇਹਨਾਂ ਦੇ ਜੀਵਨ ਦਾ ਉਪਾਅ ਮੇਰੇ ਸਿਰ ਬਗੈਰ ਹੋਰ ਕੋਈ ਨਹੀਂ ਜਾਣਿਆ ਜਾ ਸਕਦਾ। ਦਇਆ ਧਾਰ ਕੇ ਕੀੜੇ ਉਠਾ ਲਏ ਜਿੱਥੋਂ ਡਿੱਗੇ ਸੀ, ਫਿਰ ਉੱਥੇ ਹੀ ਪਾ ਦਿੱਤੇ। ਇਸ ਥਾਂ ਇਹਨਾਂ ਦੀ ਪਾਲਣਾ ਹੋਵੇਗੀ। ਮੇਰੇ ਸਿਰ ਦਾ ਇਹ ਮਾਸ ਖਾਣਗੇ। ਸਾਧ ਸੰਗਤ ਜੀ, ਜਦੋਂ ਕਿਸੇ ਮਨੁੱਖ ਦੀ ਅਵਸਥਾ ਪਰਮਾਤਮਾ ਦੇ ਸਿਮਰਨ ਕਰਨ ਨਾਲ ਚੌਥੇ ਪਦ ਵਿੱਚ ਪਹੁੰਚ ਜਾਂਦੀ ਹੈ ਤਾਂ ਉਸ ਨੂੰ ਸਾਰੇ ਬ੍ਰਹਮ ਹੀ ਦਿਸਣ ਲੱਗ ਪੈਂਦਾ ਹੈ। ਚਾਰੇ ਪਾਸੇ ਉਸ ਨੂੰ ਪਰਮਾਤਮਾ ਦੀ ਇੱਕੋ ਹੀ ਜੋਤ ਦਿਸਣ ਲੱਗ ਪੈਂਦੀ ਹੈ।
ਉਸ ਨੂੰ ਦਰਖਤਾਂ, ਜਾਨਵਰਾਂ, ਇੱਥੋਂ ਤੱਕ ਕਿ ਕੰਧਾਂ ਵਿੱਚ ਵੀ ਪਰਮਾਤਮਾ ਦੇ ਦਰਸ਼ਨ ਹੋਣ ਲੱਗ ਪੈਂਦੇ ਹਨ। ਮਾਤਾ ਨਾਨਕੀ ਜੀ ਨੇ ਉਸ ਨੂੰ ਵੇਖਿਆ, ਹਿਰਦੇ ਵਿੱਚ ਵਿਸ਼ੇਸ਼ ਦਇਆ ਆਈ। ਕਹਿਣ ਲੱਗੇ, ਹੇ ਮੇਰੇ ਭਾਈ ਸੁਣੋ, ਤੂੰ ਬਹੁਤ ਪ੍ਰੇਮ ਨਾਲ ਸੇਵਾ ਕਮਾਈ ਹੈ, ਸ਼੍ਰੀ ਗੁਰੂ ਜੀ ਦੇ ਘਰ ਵਿੱਚ ਘਾਲ ਘਾਲੀ ਹੈ, ਕਸ਼ਟ ਦੀ ਪਰਵਾਹ ਨਾ ਕਰਕੇ ਤੇ ਪ੍ਰਸੰਨ ਹੋ ਕੇ ਘਾਲਣਾ ਘਾਲੀ ਹੈ। ਸਿਰ ਉੱਤੇ ਕੀੜੇ ਪਏ ਵੀ ਨਹੀਂ ਜਾਣੇ ਹਨ, ਉਸੇ ਰੀਤੀ ਨਾਲ ਗੁਰੂ ਜੀ ਦੀ ਸੇਵਾ ਕਰੀ ਜਾਂਦਾ ਹੈ। ਮੇਹੇ ਨੇ ਸੁਣ ਕੇ ਬੇਨਤੀ ਕੀਤੀ, ਮੇਰਾ ਸਰੀਰ ਕਿਸੇ ਗਿਣਤੀ ਵਿੱਚ ਨਹੀਂ, ਮੇਰੀ ਸੇਵਾ ਜੇ ਪ੍ਰਵਾਨ ਹੋਵੇ, ਇਹਨਾਂ ਕਿਰਮਾਂ ਨਾਲ ਮੇਰਾ ਕਲਿਆਣ ਹੋਵੇਗਾ। ਇਹਨਾਂ ਨੂੰ ਜਿਵੇਂ ਕੋਈ ਸੰਕਟ ਨਾ ਹੋਵੇ, ਹੇ ਮਾਤਾ ਜੀ ਉਸ ਤਰ੍ਹਾਂ ਦਾ ਉਪਾਅ ਕਰੋ। ਹੇ ਭਾਈ, ਸਤਿਗੁਰੂ ਜੀ ਇਹ ਕੁਝ ਸੁਣ ਕੇ ਦਿਆਲ ਹੋ ਜਾਣਗੇ ਤੇ ਤੈਨੂੰ ਸਭ ਪ੍ਰਕਾਰ ਦੀ ਵਡਿਆਈ ਦੇਣਗੇ। ਇਹ ਸੁਣ ਕੇ ਫਿਰ ਸੇਵਾ ਵਿੱਚ ਲੱਗ ਗਿਆ। ਜਲ ਦੀਆਂ ਗਾਗਰਾਂ ਭਰ ਭਰ ਲਿਆਉਂਦਾ ਸੀ। ਜਦ ਸ਼੍ਰੀ ਗੁਰੂ ਤੇਗ ਬਹਾਦਰ ਜੀ ਸੁੱਖਾਂ ਦੇ ਮੂਲ ਆਪਣੀ ਮਾਤਾ ਜੀ ਦੇ ਪਾਸ ਬੈਠੇ ਸਨ, ਇੰਨੇ ਵਿੱਚ ਮੇਹਾ ਉੱਥੇ ਆ ਗਿਆ। ਜਲ ਦੀ ਗਾਗਰ ਨੂੰ ਉਸਨੇ ਸਿਰ 'ਤੇ ਚੁੱਕਿਆ ਹੋਇਆ ਸੀ। ਮਾਤਾ ਨਾਨਕੀ ਜੀ ਨੇ ਮੇਹਾ ਨੂੰ ਵੇਖ ਕੇ ਕਿਹਾ, ਹੇ ਪੁੱਤਰ, ਇਸ ਨੇ ਮਹਾਨ ਸੇਵਾ ਕੀਤੀ ਹੈ। ਕੱਲ੍ਹ ਮੈਂ ਇਸ ਨੂੰ ਵੇਖ ਕੇ ਬਹੁਤ ਹੈਰਾਨ ਹੋਈ। ਜਿਹੜਾ ਸਿਰ 'ਤੇ ਬਿੰਨੂ ਬੰਨ੍ਹਿਆ ਹੈ, ਉਸ ਦੇ ਥੱਲੇ ਵੱਡਾ ਜ਼ਖਮ ਹੋਇਆ ਹੈ। ਮੇਰੇ ਵੇਖਦਿਆਂ ਜਦ ਬਿੰਨੂ ਲਾਹਿਆ ਤਾਂ ਮੈਂ ਸਿਰ ਦੇ ਜ਼ਖਮ ਵਿੱਚ ਕੀੜੇ ਪਏ ਵੇਖੇ। ਕੁਝ ਕੀੜੇ ਉਸ ਸਮੇਂ ਧਰਤੀ 'ਤੇ ਡਿੱਗ ਪਏ। ਇਸ ਨੇ ਚੁੱਕ ਕੇ ਸਿਰ 'ਤੇ ਧਰ ਲਏ। ਹੁਣ ਇਸ ਨੇ ਬਹੁਤ ਵੱਡੀ ਘਾਲ ਘਾਲੀ ਹੈ। ਆਪ ਜੀ ਦੇ ਨਾਲ ਬਹੁਤ ਦੇਰ ਰਿਹਾ ਹੈ, ਕਦੀ ਵੀ ਕਿਸੇ ਨੂੰ ਜਤਾਇਆ ਨਹੀਂ ਹੈ। ਚੁੱਪ ਧਾਰ ਕੇ ਸੇਵਾ ਕਮਾਉਂਦਾ ਹੈ। ਖਾਣ ਪੀਣ ਵਿੱਚ ਕੋਈ ਸਵਾਦ ਨਹੀਂ ਲੈਂਦਾ। ਰਾਤ ਦਿਨ ਪ੍ਰੇਮ ਸੇਵਾ ਵਿੱਚ ਭਿੱਜਿਆ ਰਹਿੰਦਾ ਹੈ। ਹੁਣ ਕਿਰਪਾਲੂ ਹੋ ਕੇ ਇਸ ਨੂੰ ਨਿਹਾਲ ਕਰੋ, ਜੋ ਚਾਹੁੰਦਾ ਹੈ ਇਸ ਨੂੰ ਦਿਓ। ਮਾਤਾ ਨਾਨਕੀ ਜੀ ਦੇ ਬਚਨ ਸੁਣ ਕੇ ਗੁਰੂ ਜੀ ਦੇ ਰਸੀਲੇ ਨੈਣ ਕਿਰਪਾ ਨਾਲ ਭਰ ਗਏ। ਵੇਖ ਕੇ ਉਸ ਨੂੰ ਬੁਲਾ ਲਿਆ। ਉਸ ਦੀ ਸੇਵਾ ਮਹਾਨ ਸਫਲ ਜਾਣੀ। ਪਿਛਲੇ ਯੁੱਗ ਵਿੱਚ ਜਿਵੇਂ ਤਪ ਦੀ ਕਮਾਈ ਕਰਦੇ ਸਨ, ਅਨੇਕ ਪ੍ਰਕਾਰ ਨਾਲ ਬਹੁਤ ਕਸ਼ਟ ਪਾਉਂਦੇ ਸਨ। ਸਰਦੀ ਦੀ ਰੁੱਤ ਵਿੱਚ ਵੱਡੇ ਜਲ ਵਿੱਚ ਜਾ ਕੇ ਬੈਠਦੇ ਸਨ। ਗਰਮੀ ਵਿੱਚ ਅਗਨੀ ਪਾਸ ਬੈਠ ਕੇ ਪੰਚਾ ਤਪ ਕਰਦੇ ਸਨ। ਪੰਚਾ ਤਪ ਉਹ ਹੁੰਦਾ ਹੈ ਜਿਹੜਾ 4 ਅੱਗਾਂ ਦੀਆਂ ਧੂਣੀਆਂ ਅਤੇ 5ਵਾਂ ਸੂਰਜ, ਇਹਨਾਂ 5 ਨਾਲ ਸਰੀਰ ਨੂੰ ਤਪਾਉਣ ਰੂਪੀ ਕਰਮ ਨੂੰ ਕਹਿੰਦੇ ਹਨ। ਅਤੇ ਥੜੇ 'ਤੇ ਜਾ ਕੇ ਫਲ ਖਾਂਦੇ ਸਨ। ਪੁੱਠੇ ਲਟਕ ਕੇ ਭਗਤੀ ਕਰਦੇ ਸਨ। ਪੱਤੇ ਖਾ ਕੇ ਵਰਤ ਦੀ ਸਾਧਨਾ ਕਰਦੇ ਸਨ। ਜੰਗਲ ਵਿੱਚ ਰਹਿ ਕੇ ਇਕਾਂਤ ਵਿੱਚ ਪ੍ਰਭੂ ਦੀ ਆਰਾਧਨਾ ਕਰਦੇ ਸਨ। ਪਦਮ ਆਸਨ ਕਰਕੇ ਯੋਗ ਕਰਦੇ ਸਨ। ਕਿੱਥੋਂ ਤੱਕ ਗਿਣੀਏ ਕਿਵੇਂ ਕਿਵੇਂ ਤਪ ਕਰਦੇ ਸਨ। ਤਪਸਵੀਆਂ ਦਾ ਵਿਸ਼ਾਲ ਤਪ ਵੇਖ ਕੇ ਬ੍ਰਹਮਾ ਆਦਿਕ ਦੇਵਤੇ ਕਿਰਪਾਲੂ ਹੁੰਦੇ ਸਨ ਤੇ ਤਪਸਵੀ ਨੂੰ ਮੂੰਹ ਮੰਗਿਆ ਵਰ ਦਿੰਦੇ ਸਨ, ਪਰ ਮੁਕਤੀ ਨਹੀਂ ਸੀ ਦਿੰਦੇ। ਕਲਯੁਗ ਵਿੱਚ ਅਜਿਹਾ ਤਪ ਕਰਨਾ ਕਠਿਨ ਹੈ। ਇੱਕ ਮਨੁੱਖ ਪਾਸੋਂ ਹੋ ਨਹੀਂ ਸਕਦਾ, ਬੇਸ਼ੱਕ ਕਿੰਨਾ ਵੀ ਹੱਠ ਕਰੇ। ਕਸ਼ਟ ਸਹਿਣ ਦੀ ਹੁਣ ਸ਼ਕਤੀ ਨਹੀਂ ਰਹੀ ਹੈ। ਜੇ ਭੁੱਖਾ ਰਹੇਗਾ ਤਾਂ ਮਰ ਜਾਏਗਾ। ਜੰਗਲਾਂ ਵਿੱਚ ਕਿਵੇਂ ਵਾਸਾ ਹੋਵੇਗਾ ਤੇ ਜੰਗਲ ਤੋਂ ਬਗੈਰ ਕਿਵੇਂ ਤਪ ਰਾਸ ਹੋਵੇਗਾ। ਇਸ ਕਰਕੇ ਸਤਿਗੁਰੂ ਨਾਨਕ ਦੇਵ ਜੀ ਨੇ ਨਵੀਂ ਰੀਤ ਚਲਾਈ। ਸਤ ਸੰਗਤ ਵਿੱਚ ਰਹਿ ਕੇ ਸੇਵਾ ਕਰਦੇ ਹਨ। ਦ੍ਰਿੜ ਹੋ ਕੇ ਜੋ ਘਾਲਣਾ ਘਾਲਦਾ ਹੈ, ਉਹ ਲੋਕ ਪਰਲੋਕ ਵਿੱਚ ਸੁੱਖ ਲੈ ਕੇ ਨਿਹਾਲ ਹੋ ਜਾਂਦਾ ਹੈ। ਜਗਤ ਪਦਾਰਥ ਦੀ ਕੀ ਗੱਲ ਹੈ, ਮੁਕਤ ਹੋ ਜਾਂਦਾ ਹੈ ਤੇ ਸਾਰੇ ਬੰਧਨ ਮਿਟ ਜਾਂਦੇ ਹਨ। ਐਸੀ ਵਸਤੂ ਜਗਤ ਵਿੱਚ ਕੋਈ ਨਹੀਂ ਹੈ ਜੋ ਗੁਰ ਸੰਗਤ ਤੋਂ ਪ੍ਰਾਪਤ ਨਹੀਂ ਹੁੰਦੀ। ਤਪ ਕਰਨ ਨਾਲੋਂ ਸੇਵਾ ਸੌਖੀ ਹੈ। ਬਹੁਤ ਦੇਰ ਤੱਕ ਭਾਰੀ ਤਪ ਕਰਦੇ ਸਨ। ਸਤ ਸੰਗਤ ਦੀ ਸੇਵਾ ਥੋੜ੍ਹੇ ਦਿਨਾਂ ਦਾ ਕੰਮ ਜਾਣੋ, ਪਰ ਫਲ ਬਹੁਤ ਵੱਡਾ ਤੇ ਮਹਾਨ ਪ੍ਰਾਪਤ ਹੁੰਦਾ ਹੈ। 1 ਸਾਲ ਦਾ ਤਪ 1 ਦਿਨ ਦੀ ਸੇਵਾ ਦੇ ਬਰਾਬਰ ਹੈ। ਇਸ ਤਰ੍ਹਾਂ ਕਹਿੰਦਿਆਂ ਵੀ ਮੈਂ ਸੰਕੋਚ ਕਰਦਾ ਹਾਂ, ਕਿਉਂਕਿ ਸੇਵਾ ਦਾ ਫਲ ਇਸ ਤੋਂ ਵੀ ਵੱਧ ਹੈ। ਮੇਹੇ ਦੀ ਸੇਵਾ ਨੂੰ ਵੇਖ ਕੇ ਗੁਰੂ ਜੀ ਬਹੁਤ ਪ੍ਰਸੰਨ ਹੋਏ। ਗੁਰੂ ਜੀ ਨੇ ਉਸ ਨੂੰ ਪਾਸ ਬਿਠਾ ਕੇ ਕਿਹਾ, ਹੁਣ ਸੰਤਾਂ ਦੇ ਮਹੰਤ ਬਣ ਜਾਓ। ਕੁਝ ਕਾਮਨਾ ਤੇ ਵਡਿਆਈ ਚਾਹੋ, ਇਸ ਕਰਕੇ ਮਹੰਤੀ ਪਾ ਲਵੋ ਤੇ ਸਿਰ ਦੇ ਕਿਰਮ ਤੇਰੇ ਸਿੱਖ ਬਣਨਗੇ। ਤੂੰ ਇਹਨਾਂ ਦੀ ਬਹੁਤ ਮੁਕਤੀ ਚਾਹੁੰਦਾ ਹੈ। ਸੇਵਾ ਦਾ ਮਹਾਨ ਫਲ ਪ੍ਰਾਪਤ ਕਰੋ, ਤੁਹਾਡੇ ਹਿਰਦੇ ਵਿੱਚ ਬ੍ਰਹਮ ਗਿਆਨ ਪ੍ਰਗਟ ਹੋਵੇਗਾ। ਇਸ ਤਰ੍ਹਾਂ ਕਹਿ ਕੇ ਦਇਆ ਦ੍ਰਿਸ਼ਟੀ ਨਾਲ ਵੇਖਿਆ। ਤੁਰੰਤ ਹਿਰਦੇ ਵਿੱਚ ਵਿਸ਼ੇਸ਼ ਪ੍ਰਕਾਸ਼ ਹੋ ਗਿਆ। ਇੱਕ ਕੀੜੀ ਤੋਂ ਵੱਡਾ ਸ਼ੇਰ ਬਣ ਗਿਆ। ਧੂੜ ਦੇ ਇੱਕ ਕਿਣਕੇ ਤੋਂ ਸੁਮੇਰ ਪਰਬਤ ਬਣ ਗਿਆ।
हथ जोड़ के फिर वंदना की। गुरु जी की बहुत वड्डी वड्याई वेखी। गुरु जी के डेरे विच दखणी बलद सन, सुंदर उन्हां दे शरीर सन ते कद विच बहुत वड्डे सन। मेहे नूं ओह बैल बख्श दिते, एक वड्डा दमामा भी दिता, भगवें रंग का झंडा बनवाया। मेहा महंत बन के बहुत प्रसन्न होया। महान दान दे के उसके सारे कष्ट दूर किए। उसने सतगुरु जी नूं पार ब्रह्म करके जाणिया। महा धीरज मत वाला फिर विचरण लगा। पहला चेला लखमीर नां दा एक व्यक्ति होया। गुरु जी दियां खड़ावां पूजा करवाउंदा सी। गुरु जी की वड्डी महिमा प्रगट की। इस प्रकार गुरु जी की सेवा करके मेहा महंत बन गया ते सुख प्राप्त किया। दोवां लोकां की वड्याई प्राप्त की। गुरु जी की सेवा करके वह तुरंत प्राप्त कर लई। इस तरह श्री गुरु तेग बहादुर जी उस पिंड विच वासा करके अनेक प्रकार के चरित्र करते सन। शिकार खेड के अपने डेरे विच आ जाते सन। बहुत संगत पहुँच के दर्शन करती सी। संगतां बहुत धन लैके आउंदियां सन। सतगुरु जी महान लंगर चलाउंदे सन। फिर भी बहुत धन इकट्ठा हो जाता सी। जब सतगुरु जी उस धन नूं वेखदे सन, ਉਹ उस धन नूं परोपकार वास्ते दे दिंदे सन। किते खूह ਅਤੇ किते बाग लवा दिंदे सन। गुरु मालक धन नूं अपने पास नहीं सी रखदे, जिवें आउंदा सी उस तरह ही चला दिंदे सन। सो साध संगत जी, इत्थे 11वीं रास का 42वां अध्याय समाप्त हुंदा है जी। प्रसंग सुणाउंदे होए होईयां अनेक भुलां चुकां दी खेमा बख्शणी जी। दास नूं आग्या दिओ। वाहिगुरू जी का खालसा, वाहिगुरू जी की फतेह।